ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਵਾਂ ਯੁੱਗ। ਕਾਦਰ ਦੀ ਕੁਦਰਤ ਵਿੱਚ ਪਲਟਾ ਵੀ ਅਜਬ ਸ਼ੈ ਹੈ। ਇਹ ਹਰ ਸਮੇਂ, ਹਰ ਥਾਂ ਅਤੇ ਹਰ ਸ਼ੈ ਵਿੱਚ ਵਾਪਰਦਾ ਦਿਸ ਆਉਂਦਾ ਹੈ। ਸੱਚ ਤਾਂ ਇਹ ਹੈ ਕਿ ਪਲਟਾ ਵੀ ਨਵੇਂ ਜੀਵਨ ਦਾ ਸੂਚਕ ਹੈ। ਕਲੀਆਂ ਤੋਂ ਫੁੱਲ ਤੇ ਫੁੱਲਾਂ ਤੋਂ ਫਲ ਪਲਟਾ ਹੀ ਲਿਆਉਂਦਾ ਹੈ। ਫੁੱਲਾਂ ਵਿੱਚੋਂ ਵੀ ਤਿਆਰ ਕਰ ਵਨਸਪਤੀ ਦੀ ਨਵੀਂ ਦੁਨੀਆ ਪੈਦਾ ਹੋਣ ਦੀ ਖਬਰ ਪਲਟਾ ਹੀ ਦਿੰਦਾ ਹੈ। ਭਾਵੇਂ ਆਪਣੀ ਉਮਰ ਭੋਗ ਸਕਣ ਵਾਲੇ ਜੀਵਨ ਪਲਟੇ ਤੋਂ ਘਬਰਾਉਂਦੇ ਹਨ, ਪਰ ਇਹ ਘਬਰਾਹਟ ਬੁਢਾਪੇ ਦੇ ਚਿੜਚਿੜੇਪਨ ਦੀ ਨਿਸ਼ਾਨੀ ਹੈ। ਪਲਟਾ ਇਹਨਾਂ ਗਿਲਿਆਂ ਤੇ ਸ਼ਿਕਾਇਤਾਂ ਦੀ ਕੋਈ ਪਰਵਾਹ ਨਾ ਕਰਦਾ ਹੋਇਆ ਨਵੇਂ ਜੀਵਨ ਦਾ ਸੰਦੇਸ਼ ਦੇਈ ਚਲਿਆ ਜਾਂਦਾ ਹੈ। ਉਹ ਰਸੀਆਂ ਦੀ ਸੂਰਤ ਵਿੱਚ ਖੇੜੇ ਤੇ ਉਤਸ਼ਾਹ ਪੈਦਾ ਕਰਦਾ ਹੈ, ਬੇਹੋਸ਼ਾਂ ਨੂੰ ਹੋਸ਼ ਵਿੱਚ ਲਿਆਉਂਦਾ ਹੈ, ਨਵੀਆਂ ਬਹਾਰਾਂ ਦੇ ਪੈਗਾਮ ਦਿੰਦਾ ਹੈ, ਯਾਦ ਦੇ ਆਉਣ ਦੀ ਖੁਸ਼ਖਬਰੀ ਸੁਣਾਉਂਦਾ ਤੇ ਮਿਲਾਪ ਦੇ ਵਾਅਦੇ ਯਾਦ ਕਰ ਤਿਆਰੀਆਂ ਲਈ ਪ੍ਰੇਰਦਾ ਹੈ। ਇਹ ਪਲਟਾ ਜਿਸ ਤਰ੍ਹਾਂ ਕੁਦਰਤ ਦੇ ਹਰ ਜ਼ਰਰੇ ਤੇ ਕਤਰੇ ਵਿੱਚ ਨਵਾਂ ਜੋਬਨ ਲਿਆਉਂਦਾ ਹੈ, ਉਸੇ ਤਰ੍ਹਾਂ ਹੀ ਯੁੱਗਾਂ ਵਿੱਚ ਵੀ ਤਬਦੀਲੀ ਲਿਆ ਮਨੁੱਖ ਜੀਵਨ ਲਈ ਨਵੇਂ ਰਸਤੇ ਖੋਲ੍ਹਦਾ ਹੈ। ਭਾਵੇਂ ਆਮ ਸੁਸਤ ਦੁਨੀਆ ਵਿੱਚ ਯੁੱਗ ਪਲਟਿਆਂ ਤੇ ਯੁੱਗ ਪਲਟਾਵਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਪਰ ਕੁਦਰਤ ਦੇ ਬੇਪਰਵਾਹ ਵਹਿਣ ਵਿੱਚ ਪੁਰਾਤਨਤਾ ਦੇ ਪੁਜਾਰੀਆਂ ਤੇ ਸੁਸਤੀ ਅਤੇ ਪ੍ਰਮਾਦ ਦੇ ਗਰਸੇ ਹੋਏ ਪਿਛਾਂ ਖਿਚੂਆਂ ਦੀ ਚੀਖੋ ਪੁਕਾਰ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਸਮੇਂ ਦਾ ਪਲਟਾ ਨਦੀ ਦੇ ਤਿੱਖੇ ਵੇਗ ਵਾਂਗ ਰਾਹ ਵਿੱਚ ਆਉਣ ਵਾਲੀਆਂ ਚੀਲਾਂ ਤੇ ਦਿਆਰਾਂ ਨੂੰ ਉਖੇੜਦਾ ਤੇ ਵੱਟਾਂ ਦੇ ਬੰਨਿਆਂ ਨੂੰ ਟੱਪਦਾ ਚਲਾ ਜਾਂਦਾ ਹੈ। ਉਹ ਪਿਛਾਂ ਖਿਚੂਆ ਦੇ ਪੱਲੇ ਫੜ ਰੋਕਣ ਨਾਲ ਨਹੀਂ ਰੁਕਦਾ। ਉਹ ਚੀਕਾਂ ਤੇ ਪੁਕਾਰਾਂ ਨੂੰ ਨਹੀਂ ਸੁਣਦਾ, ਅਗਾਂਹ ਹੀ ਦੌੜਿਆ ਜਾਂਦਾ ਹੈ। ਉਹ ਦੌੜੇ ਵੀ ਕਿਉਂ ਨਾ। ਨਵੇਂ ਜੀਵਨ ਦਾ ਸੰਦੇਸ਼ ਜੋ ਹੋਇਆ, ਜੇ ਉਹ ਕੀਰਤਮ ਜਗਤ ਦੇ ਕੰਨ ਤੱਕ ਨਾ ਪੁੱਜੇ ਤਾਂ ਖੇੜਿਆਂ, ਉਲਾਸਾਂ ਤੇ ਉਮਾਹਾਂ ਦਾ ਅੰਤ ਹੋ ਜਾਏ। ਜਗਤ ਜੀਵਨ ਦੀ ਜਵਾਲਾ ਨਿਰਾਸ਼ਤਾ ਤੇ ਮਾਯੂਸੀਆਂ ਦੇ ਝੋਕਿਆਂ ਨਾਲ ਬੁਝ ਜਾਏ। ਪਰ ਕਰਤਾ ਨੂੰ ਅਜਿਹਾ ਕਿਸ ਤਰ੍ਹਾਂ ਪ੍ਰਵਾਨ ਹੋ ਸਕਦਾ ਹੈ? ਕੋਈ ਮਾਲੀ ਵੀ ਪਸੰਦ ਨਹੀਂ ਕਰ ਸਕਦਾ ਕਿ ਉਸ ਦੇ ਬਾਗ ਵਿੱਚ ਨਵੇਂ ਖੇੜੇ ਨਾ ਆਉਣ, ਤੇ ਖੇੜਿਆਂ ਲਈ ਪਤਝੜ ਜ਼ਰੂਰੀ ਹੈ। ਜਿੰਨਾ ਚਿਰ ਪੁਰਾਣੇ ਪੱਤੇ ਨਹੀਂ ਝੜ ਜਾਂਦੇ, ਨਵੀਆਂ ਕਰੂੰਬਲਾਂ ਨੂੰ ਫੁੱਟਣ ਲਈ ਜਗ੍ਹਾ ਨਹੀਂ ਮਿਲ ਸਕਦੀ। ਇਹੀ ਕਾਰਨ ਹੈ ਕਿ ਇਸ ਜਗਤ ਬਾਗ ਦਾ ਮਾਲੀ ਕਰਤਾ ਪੁਰਖ ਪਤਝੜ ਦੇ ਤੂਫਾਨਾਂ ਰਾਹੀਂ ਨਵੇਂ ਜਗਤ ਜੀਵਨ ਦੇ ਸੰਦੇਸ਼ ਘੱਲਦਾ ਰਹਿੰਦਾ ਹੈ। ਇਹਨਾਂ ਤੂਫਾਨਾਂ ਵਿੱਚ ਹੀ ਜਗਤ ਪਲਟਾ ਬੰਦ ਹੁੰਦਾ ਹੈ ਤੇ ਇਹਨਾਂ ਪਲਟਿਆਂ ਦੇ ਬਾਅਦ ਹੀ ਨਵਾਂ ਯੁੱਗ ਆਰੰਭ ਹੁੰਦਾ ਹੈ। ਆਵਾਜ਼ ਦੀ ਦੁਨੀਆ ਵਿੱਚ ਅਸੀਂ ਰੋਜ਼ ਦੇਖਦੇ ਹਾਂ ਕਿ ਕੋਈ ਇੱਕ ਗੀਤ ਕਿਸੇ ਇੱਕ ਰੇਡੀਓ ਸਟੇਸ਼ਨ ਤੋਂ ਮਾਈਕਰੋਫੋਨ ਦੇ ਸਾਹਮਣੇ ਗਾਇਆ ਜਾਂਦਾ ਹੈ, ਪਰ ਗਵੱਈਏ ਦੀ ਆਵਾਜ਼ ਜਦੋਂ ਬਿਜਲੀ ਦੀ ਲਹਿਰਾਂ ਦੀ ਮੌਜਾਂ ਚੜ੍ਹ ਫੈਲਦੀ ਹੈ ਤਾਂ ਸੰਸਾਰ ਦੇ ਚਵਾਂ ਕੋਨਿਆਂ ਤੱਕ ਚਲੀ ਜਾਂਦੀ ਹੈ, ਤੇ ਜਿੱਥੇ ਜਿੱਥੇ ਵੀ ਰਿਸੀਵਰ ਲੱਗਾ ਹੋਏ ਉੱਥੇ ਹੀ ਇਹ ਅਰੂਪ ਆਵਾਜ਼ ਬੋਲੀ ਦਾ ਰੂਪ ਪਕੜ ਕੇ ਸਰੋਤਿਆਂ ਨੂੰ ਉਸ ਸੰਦੇਸ਼ ਤੋਂ ਜਾਣੂ ਕਰਾ ਦਿੰਦੀ ਹੈ ਜੋ ਕਿ ਕੇਂਦਰੀ ਸਥਾਨ ਤੋਂ ਦਿੱਤਾ ਗਿਆ ਹੋਵੇ। ਇਹੋ ਹੀ ਹਾਲਤ ਨਵੇਂ ਜਗ ਦੇ ਸੰਦੇਸ਼ ਦੀ ਹੁੰਦੀ ਹੈ। ਉਸ ਦੇ ਆਉਣ ਦੀ ਖਬਰ ਵੀ ਜੀਵਨ ਦੇ ਕੇਂਦਰ ਸਥਾਨ ਤੋਂ ਕਿਸੇ ਇੱਕ ਮਨੁੱਖ ਦੇ ਹਿਰਦੇ ਵਿੱਚ ਦਿੱਤੀ ਜਾਂਦੀ ਹੈ, ਜਿਸ ਤੋਂ ਉਹ ਸੰਦੇਸ਼ ਦੂਸਰੇ ਮਨੁੱਖਾਂ ਹਿਰਦਿਆਂ ਤਾਈਂ ਪਹੁੰਚਾਇਆ ਜਾਂਦਾ ਹੈ। ਤੇ ਜਿਉਂ ਉਹ ਸੰਦੇਸ਼ ਮਨੁੱਖ ਹਿਰਦਿਆਂ ਦੀ ਵਧੇਰੀ ਗਿਣਤੀ ਤੱਕ ਪਹੁੰਚ ਜਾਂਦਾ ਹੈ, ਪੁਰਾਤਨਤਾ ਵੀ ਆਪਣੀ ਮੌਜ ਸਮਝ ਕੇ ਇਸ ਨਵੇਂ ਯੁੱਗ ਦੀ ਖੁਸ਼ਖਬਰੀ ਨੂੰ ਰੌਲੇ ਗੋਲੇ ਵਿੱਚ ਗੁੰਮ ਕਰਨ ਲਈ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੀ ਹੈ। ਮੌਜੂਦਾ ਨਵੇਂ ਯੁੱਗ ਦੀ ਖਬਰ ਅੱਜ ਤੋਂ
473 ਸਾਲ ਪਹਿਲੇ ਏਸ਼ੀਆ ਦੀਪ ਦੇ ਭਾਰਤ ਦੇ ਦੇਸ਼ ਦੇ ਪੰਜਾਬ ਦੇ ਸੂਬੇ ਵਿੱਚ ਸੁਲਤਾਨਪੁਰ ਦੇ ਕਸਬੇ ਅੰਦਰ ਦੌਲਤ ਖਾਨ ਲੋਧੀ ਦੇ ਮੋਦੀ ਨਾਨਕ ਰਾਏ ਨੂੰ ਦਿੱਤੀ ਗਈ ਸੀ, ਜਿਨ੍ਹਾਂ ਨੇ ਇਹ ਖਬਰ ਅਗਾਂਹ ਜਗਤ ਨੂੰ ਦਿੱਤੀ ਅਤੇ ਨਵੇਂ ਯੁੱਗ ਦੇ ਚਾਹਵਾਨਾਂ ਨੇ ਖਬਰ ਦੇਣ ਵਾਲੇ ਨੂੰ ਗੁਰੂ ਕਹਿ ਸਤਕਾਰਿਆ ਅਤੇ ਉਹ ਗੁਰੂ ਨਾਨਕ ਸਦਵਾਏ। ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਵਿੱਚ ਨਵੇਂ ਯੁੱਗ ਦੇ ਆਉਣ ਦੀ ਖਬਰ ਦਿੱਤੀ ਗਈ। ਇਸ ਤੋਂ ਸੰਸਾਰ ਨੂੰ ਪਤਾ ਲੱਗਾ ਕਿ ਪਿਛਲਾ ਯੁੱਗ ਖਤਮ ਹੋ ਗਿਆ ਹੈ। ਇਹ ਖਬਰ ਸੁਣ ਸੱਚ ਦੇ ਪੁਜਾਰੀਆਂ ਨੂੰ ਪ੍ਰਸੰਨਤਾ ਹੋਈ ਅਤੇ ਉਹ ਨਵੀਂ ਬਹਾਰ ਦੇ ਗੀਤ ਗਾਉਣ ਲੱਗ ਗਏ। ਪਰ ਪੁਰਾਤਨਤਾ ਚੀਕ ਉੱਠੀ। ਉਸ ਨੇ ਆਪਣੇ ਕਿਲੇ ਉਖੜਦੇ ਅਤੇ ਤਣਾਵਾਂ ਟੁੱਟਦੀਆਂ ਤੱਕ ਡੰਡ ਰੋਲੀ ਪਾ ਦਿੱਤੀ। ਉਹ ਚੀਖ ਉੱਠੀ ਅਤੇ ਅਜੇ ਵੀ ਚੀਖ ਰਹੀ ਹੈ, ਕਿਉਂਕਿ ਜੋ ਬਿਰਧ ਹੋਣ ਜਾਣ ਕਰਕੇ ਪੁਰਾਣੀ ਦੁਨੀਆ ਵਿੱਚ ਚਿੜਚਿੜਾਪਨ ਸੁਭਾਵਕ ਵਧਿਆ ਹੋਇਆ ਹੈ। ਉਸ ਤੋਂ ਗਿਲਾਨੀ ਦਾ ਪੈਦਾ ਹੋਣਾ ਕੁਦਰਤੀ ਸੀ। ਸੋ ਗਿਲਾਨੀ ਵਧੀ ਹੋਈ ਨਫ਼ਰਤ ਨੇ ਮਨੁੱਖ ਜਾਤੀ ਦੇ ਹਿੱਸੇ ਬਖੇਰ ਦਿੱਤੇ। ਕਿਤੇ ਮਜ਼ਹਬ ਦੇ ਨਾਂ 'ਤੇ ਫਿਰਕੂ ਵੰਡ ਤੇ ਸਮਾਜ ਦੇ ਨਾਂ 'ਤੇ ਜਾਤੀ ਵੰਡ ਹੋ ਰਹੀ ਹੈ। ਕਿਤੇ ਰਾਜਨੀਤੀ ਦੇ ਨਾਂ ਉੱਤੇ ਰਾਜਸੀ ਵੰਡੀਆਂ ਪੈ ਰਹੀਆਂ ਹਨ। ਧਰਮ ਮੰਦਰ ਵਿੱਚ ਪੁਜਾਰੀ ਦੇ ਮੱਥੇ ਦੀ ਤਿਉੜੀ, ਸਮਾਜ ਵਿੱਚ ਚੌਧਰੀਆਂ ਦਾ ਨੱਕ ਵੱਟਣਾ ਅਤੇ ਰਾਜਨੀਤਿਕ ਖੇਤਰਾਂ ਵਿੱਚ ਲੀਡਰਾਂ ਦਾ ਮੁੱਛਾਂ ਨੂੰ ਵੱਟ ਦੇਣਾ ਇਸੇ ਗਿਲਾਨੀ ਦੇ ਚਮਤਕਾਰੇ ਹਨ। ਜੇ ਮਜ਼ਹਬ ਵਿੱਚ ਬ੍ਰਾਹਮਣ, ਮੌਲਾਨਾ, ਪਾਦਰੀ ਤੇ ਰੱਬੀ ਖਹਿ ਰਹੇ ਹਨ, ਤਾਂ ਰਾਜਨੀਤੀ ਦੇ ਮੈਦਾਨ ਵਿੱਚ ਵੀ ਫਾਸਿਸਟ, ਡੈਮੋਕਰੇਟ ਅਤੇ ਕਮਿਊਨਿਸਟ ਵੀ ਤੋਪਾਂ ਦੇ ਮੂੰਹ ਖੋਲ੍ਹੀ ਖੜੋਤੇ ਹਨ। ਸੰਸਾਰ ਦਾ ਮਹਾਨ ਯੁੱਧ, ਜਿਸ ਵਿੱਚ ਰੋਜ਼ਾਨਾ ਹਜ਼ਾਰਾਂ ਜਾਨਾਂ ਜ਼ਾਇਆ ਹੋ ਰਹੀਆਂ ਹਨ, ਜਿਸ ਵਿੱਚ ਸੰਸਾਰ ਦੀ ਆਖਰੀ ਪਾਈ ਮੌਤ ਦੇ ਸਾਧਨ ਹਥਿਆਰ ਬਣਾਉਣ ਉੱਤੇ ਖਰਚ ਕੀਤੇ ਜਾ ਰਹੇ ਹਨ ਅਤੇ ਹਰ ਪਾਸੇ ਮਾਰੋ ਮਾਰ ਦੀ ਪੁਕਾਰ ਹੋ ਰਹੀ ਹੈ, ਉਸ ਗਿਲਾਨੀ ਦਾ ਪਤਾ ਦੇ ਰਿਹਾ ਹੈ ਜੋ ਪੁਰਾਣੇ ਯੁੱਗ ਵਿੱਚ ਉਸ ਦੇ ਬੁਢਾਪੇ ਦੇ ਕਾਰਨ ਪੈਦਾ ਹੋ ਚੁੱਕੀ ਹੈ। ਪਰ ਇਹ ਬੁੱਢਾ ਕਿਤਨਾ ਵੀ ਕਿਉਂ ਨਾ ਪਿਆ ਭੜਕੇ, ਸ਼ੋਰ ਮਚਾਵੇ ਅਤੇ ਜੰਗ ਰਚਾਵੇ, ਇਸ ਨੂੰ ਓੜਕ ਵਿਦਾ ਹੋਣਾ ਹੀ ਪਵੇਗਾ, ਕਿਉਂ ਜੋ ਇਸ ਦੀ ਉਮਰ ਲੰਘ ਚੁੱਕੀ ਹੈ ਅਤੇ ਨਵੇਂ ਯੁੱਗ ਦੇ ਆਉਣ ਦੀ ਖੁਸ਼ਖਬਰੀ ਗੁਰੂ ਨਾਨਕ ਦੇ ਰਾਹੀਂ ਜਗਤ ਨੂੰ ਮਿਲ ਚੁੱਕੀ ਹੈ। ਭਾਵੇਂ ਉਸ ਖੁਸ਼ਖਬਰੀ ਮਿਲੀ ਨੂੰ ਅਜੇ ਬਹੁਤਾ ਸਮਾਂ ਨਹੀਂ ਹੋਇਆ ਤੇ ਵਿਸ਼ਵ ਦੀ ਅਵਸਥਾ ਦਾ ਵਿਚਾਰ ਕਰਦਿਆਂ ਹੋਇਆਂ ਨਵੇਂ ਯੁੱਗ ਦੀ ਖੁਸ਼ਖਬਰੀ ਮਿਲੀ ਦੇ ਵਕਤ ਨੂੰ ਅਸੀਂ ਅਜੇ ਘੜੀ ਕੁ ਹੋਈ ਹੀ ਕਹਿ ਸਕਦੇ ਹਾਂ। ਪਰ ਫਿਰ ਵੀ ਭਾਵੇਂ ਇਹ ਖਬਰ ਕਿਤਨੀ ਹੀ ਤਾਜ਼ੀ ਕਿਉਂ ਨਾ ਹੋਵੇ, ਹੈ ਤਾਂ ਨਵੇਂ ਜੀਵਨ ਦਾ ਸੰਦੇਸ਼ ਹੀ ਨਾ। ਇਸ ਨੂੰ ਓੜਕ ਨੂੰ ਵਧਣਾ ਫੁੱਲਣਾ ਹੀ ਹੈ। ਜਿਸ ਤਰ੍ਹਾਂ ਇੱਕ ਨਵੀਂ ਫੁੱਟੀ ਅੰਗੂਰੀ ਦਾ ਮੁਕਾਬਲਾ ਇੱਕ ਪੁਰਾਣਾ ਢੇਰ ਥਾਂ ਵਿੱਚ ਛਾਇਆ ਹੋਇਆ ਬੋਹੜ ਨਹੀਂ ਕਰ ਸਕਦਾ, ਕਿਉਂ ਜੋ ਨਵੀਂ ਅੰਗੂਰੀ ਨੇ ਵਧਣਾ ਫੁੱਲਣਾ ਤੇ ਪੁਰਾਣੇ ਬੋਹੜ ਨੇ ਡਿੱਗਣਾ ਤੇ ਖਤਮ ਹੋਣਾ ਹੈ। ਇਸੇ ਤਰ੍ਹਾਂ ਹੀ ਇਸ ਨਵੇਂ ਜਗਤ ਜੀਵਨ ਦੇ ਸੰਦੇਸ਼ ਦਾ ਮੁਕਾਬਲਾ, ਜੋ ਅਜੇ ਭਾਵੇਂ ਨਵੀਂ ਫੁੱਟੀ ਨਿੱਕੀ ਜਿਹੀ ਅੰਗੂਰੀ ਵਾਂਗ ਹੀ ਹੈ, ਪੁਰਾਤਨਤਾ ਦਾ ਜਗਤ ਪਸਰਿਆ ਬੋਹੜ ਨਹੀਂ ਕਰ ਸਕਦਾ। ਇਸ ਨਵੇਂ ਸੰਦੇਸ਼ ਵਿੱਚ ਆਸ਼ਾ ਦੀ ਕਿਰਨ ਹੈ, ਜੋ ਨਿਰਾਸ਼ਾ ਦੇ ਅੰਧੇਰੇ ਨੂੰ ਚੀਰਦੀ ਚਲੀ ਜਾਵੇਗੀ। ਨਵਾਂ ਸੰਦੇਸ਼, ਨਵੀਂ ਜੀਵਨ ਜਵਾਨੀ ਨੂੰ ਲਈ ਸ਼ੇਰ ਵਾਂਗ ਬੁੱਕ ਉੱਠਿਆ ਹੈ, ਜਿਸ ਕਰਕੇ ਪੁਰਾਣੇ ਕਰਮਕਾਂਡ, ਸਮਾਜਕ ਰਸਮਾਂ ਅਤੇ ਰਾਜਨੀਤਿਕ ਵੰਡਾਂ ਦੀ ਮਿਰਗਾਵਲੀ ਨੂੰ ਭਾਜ ਪੈ ਜਾਣੀ ਲਾਜ਼ਮੀ ਹੈ। ਉਹ ਹੁਣ ਵਧੇਰੇ ਚਿਰ ਤੱਕ ਟਿਕ ਨਹੀਂ ਸਕਦੀ। ਪਰ ਜਿਸ ਤਰ੍ਹਾਂ ਬੁੱਝਣ ਵਾਲਾ ਚਿਰਾਗ ਆਖਰੀ ਸੰਭਾਲੇ ਲੈਂਦਾ ਹੈ ਤੇ ਬੜੀ ਸ਼ੌਖੀ ਨਾਲ ਟਿਮਟਿਮਾਉਂਦਾ ਹੈ, ਉਸੇ ਤਰ੍ਹਾਂ ਹੀ ਪੁਰਾਤਨਤਾ ਵੀ ਹੁਣ ਬੁੱਝਣ 'ਤੇ ਆਈ ਹੋਈ ਆਖਰੀ ਹੰਭਲੇ ਮਾਰ ਰਹੀ ਹੈ। ਉਹ ਬੜੀ ਸ਼ੌਖੀ ਦਿਖਾ ਰਹੀ ਹੈ ਅਤੇ ਅਣਜਾਣ ਖਿਆਲ ਕਰਦੇ ਹਨ ਕਿ ਸ਼ਾਇਦ ਇਹ ਨਵੇਂ ਸੰਦੇਸ਼ ਨੂੰ
ਫੈਲਣ ਹੀ ਨਾ ਦੇਵੇ। ਪਰ ਅਜਿਹਾ ਨਹੀਂ ਹੋ ਸਕਦਾ, ਕਿਉਂ ਜੋ ਇਹ ਗੈਰ ਕੁਦਰਤੀ ਹੈ। ਤੂਫਾਨ ਦੇ ਸਖਤ ਝੋਕੇ ਸਦਾ ਹੀ ਹਨੇਰੀ ਦੇ ਹਟ ਜਾਣ ਦੇ ਨਿਸ਼ਾਨ ਹੁੰਦੇ ਹਨ। ਗਰਮੀ ਦੀ ਤੀਬਰਤਾ ਹੀ ਬਾਰਿਸ਼ ਦੇ ਆਉਣ ਦੀ ਖਬਰ ਦਿੰਦੀ ਹੈ। ਪਤਝੜ ਦੀ ਸ਼ੀਤਲ ਪਾਉਣ ਦੇ ਤਿੱਖੇ ਬੁੱਲਿਆਂ ਵਿੱਚ ਹੀ ਬਸੰਤ ਦੇ ਆਉਣ ਦੀ ਸੰਭਾਵਨਾ ਛੁਪੀ ਹੋਈ ਹੈ। ਇਸੇ ਤਰ੍ਹਾਂ ਹੀ ਇਸ ਬੁੱਢੀ ਪੁਰਾਤਨਤਾ ਦੇ ਆਖਰੀ ਸ਼ੋਰੋ ਸ਼ਰ ਵਿੱਚ ਉਸ ਨਵੇਂ ਯੁੱਗ ਦੇ ਪ੍ਰਚਲਿਤ ਹੋਣ ਦੀ ਝਲਕ ਦਿਸ ਆ ਰਹੀ ਹੈ, ਜਿਸ ਦੀ ਖਬਰ ਕੁਦਰਤ ਦੇ ਕਾਦਰ ਨੇ ਗੁਰੂ ਨਾਨਕ ਨੂੰ ਤੇ ਨਾਨਕ ਨੇ ਮਨੁੱਖ ਸ਼੍ਰੇਣੀ ਨੂੰ ਦਿੱਤੀ ਹੈ। ਵਾਹਿਗੁਰੂ ਜੀਓ।